ਇਹ ਬਹੁਤ ਮੰਦਭਾਗੀ ਖਬਰ ਹੈ ਜੀ। ਇੰਨਾ ਵਧੀਆ ਮੁੰਡਾ, ਮਤਲਬ ਇੰਨਾ ਟੌਪ ਦਾ ਨੇਚਰ, ਨਾ ਕੋਈ ਖਾਣ ਪੀਣ ਦੀ ਆਦਤ, ਮਤਲਬ ਬਹੁਤ ਸ਼ਾਂਤਮਈ ਸੁਭਾਅ ਦਾ ਬੰਦਾ ਸੀ। ਲੇਕਿਨ ਹੁਣ ਸੈਲਫ ਡਿਫੈਂਸ ਵਾਸਤੇ ਥੋੜਾ ਬਹੁਤ ਤਾਂ ਆਪਣਾ ਬਚਾਅ ਹੀ ਕੀਤਾ ਨੇ। ਬਾਕੀ ਉਹਦੇ ਕੋਲ ਕੋਈ ਕਿਹੜਾ ਹਥਿਆਰ ਸੀ, ਖਾਲੀ ਹੱਥ ਸੀ। ਪੰਜਾਬ ਦੇ ਚੈਨਲਾਂ ਉੱਤੇ ਸਾਰਿਆਂ ਨੇ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਦਿੱਲੀ ਪੁਲਿਸ ਆ ਉਹ ਸਾਰੀ ਮੂਕ ਦਰਸ਼ਕ ਬਣ ਕੇ ਖੜੀ ਰਹੀ। ਉਹ ਹੁੱਲੜਬਾਜ਼ ਉਹ ਕਹਿੰਦੇ ਸੀ ਕਿ ਅਸੀਂ ਇੱਥੋਂ ਦੇ ਲੋਕਲ ਆਲੇ ਦੁਆਲੇ ਦੇ ਬਸ਼ਿੰਦੇ ਆ, ਪਰ ਉੱਥੋਂ ਦੇ ਲੋਕਲ ਲੋਕਾਂ ਦੀਆਂ ਵੀ ਵੀਡੀਓ ਆਈਆਂ ਨੇ ਕਿ ਅਸੀਂ ਅੱਜ ਤੱਕ ਇਹਨਾਂ ਲੋਕਾਂ ਨੂੰ ਇੱਥੇ ਲੋਕਲ ਨਹੀਂ ਦੇਖਿਆ, ਇਹ ਲੋਕਲ ਨਹੀਂ ਹੈਗੇ। ਉਹ ਜਿਹੜੇ ਆ RSS ਦੇ ਗੁੰਡੇ ਸੀਗੇ। ਟੈਂਟ ਦੇ ਮੂਹਰੇ ਰੱਖੀ ਵਾਸ਼ਿੰਗ ਮਸ਼ੀਨ ਨੂੰ ਤੋੜਿਆ। ਉਸ ਤੋਂ ਬਾਅਦ ਜਦੋਂ ਟੈਂਟ ਦੇ ਅੰਦਰ ਜਾ ਕੇ ਜਦੋਂ ਇੱਜ਼ਤ ਆਬਰੂ ਤੇ ਆ ਬਣੀ, ਉਦੋਂ ਇਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਇਹ ਮੁੰਡਾ ਅੰਮ੍ਰਿਤਧਾਰੀ ਸੀਗਾ, ਇਹਨੇ ਸ੍ਰੀ ਸਾਹਿਬ ਪਾਈ ਸੀ। ਉਦੋਂ ਇਹਨੇ ਉਹ ਆਪਣੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਨੂੰ ਬਚਾਉਣ ਦੇ ਲਈ ਆਪਣੀ ਸ੍ਰੀ ਸਾਹਿਬ ਕੱਢੀ ਤੇ ਉਹ ਜਿਹੜੇ ਹੁੱਲੜਬਾਜ਼ ਪੱਥਰਬਾਜ਼ੀ ਕਰਦੇ ਸੀ ਉਹਨਾਂ ਦੇ ਮਗਰ ਪਿਆ। ਤੇ ਇਹ ਮੁੰਡਾ ਜਦੋਂ ਉਹਨਾਂ ਦੇ ਹੱਥ 'ਚ ਆ ਗਿਆ, ਅੜਿੱਕੇ ਆ ਗਿਆ, ਪੁਲਿਸ ਵਾਲਿਆਂ ਨੇ ਢਾਹ ਕੇ ਇਹਨੂੰ ਅੰਨੇ ਬਾਹ ਕੁੱਟਿਆ। ਇਹਨੂੰ ਇੰਨਾ ਕੁੱਟਿਆ ਕਿ ਇਹਨੂੰ ਅੱਧ ਮੋਇਆ ਕਰ ਦਿੱਤਾ। ਆਪਾਂ ਕਿਸਾਨੀ ਸੰਘਰਸ਼ ਕਿਸੇ ਵੀ ਤਰ੍ਹਾਂ ਫੇਲ ਨਹੀਂ ਹੋਣ ਦੇਣਾ। ਕਿਸੇ ਵੀ ਤਰ੍ਹਾਂ ਇਸ ਸੰਘਰਸ਼ ਨੂੰ ਆਪਾਂ ਇਹਨਾਂ ਜਿਹੜੀਆਂ ਹੁੱਲੜਬਾਜ਼ੀਆਂ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਸ BJP ਦੇ ਅਸੀਂ RSS ਦੇ ਗੁੰਡਿਆਂ ਤੋਂ ਡਰਨ ਵਾਲੇ ਨਹੀਂ ਆ। ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਨੂੰ, ਜਿਵੇਂ ਤੁਸੀਂ ਜਾਣਦੇ 26 ਜਨਵਰੀ ਨੂੰ ਇੱਕ ਵੱਡਾ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਕੀਤਾ ਗਿਆ ਸੀ। ਉਸ ਨੂੰ ਲੈ ਕੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਖਲਾਲ ਆਇਆ ਸੀ ਔਰ ਕਿਸਾਨੀ ਅੰਦੋਲਨ ਜਿਹੜਾ ਸੀ ਪੂਰੇ ਸੰਘਰਸ਼ਾਂ 'ਤੇ ਸੀ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲ੍ਹੇ ਉੱਤੇ ਝੰਡਾ ਝਾੜਨ ਤੋਂ ਬਾਅਦ ਅੰਦੋਲਨ ਦੇ ਵਿੱਚ ਥੋੜ੍ਹਾ ਠੱਲ ਪਈ ਹੈ। ਕਿਸਾਨੀ ਅੰਦੋਲਨ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਕਿ ਰੁਕਾਵਟ ਦੇ ਵੱਲ ਰੁਕਿਆ। ਅਤੇ ਉਸੇ ਨੂੰ ਲੈ ਕੇ ਰਾਤੀ ਜਿਹੜਾ ਇੱਕ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲੇ ਕੀਤੇ ਗਏ। ਉਸ ਹਮਲੇ ਦੇ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਦਾ ਇੱਕ ਲੜਕਾ ਪਿੰਡ ਕਾਜ਼ਮਪੁਰ ਦਾ ਰਣਜੀਤ ਸਿੰਘ, ਜਿਹਦੇ ਕਿ ਕੱਲ੍ਹ ਆਪਣੇ ਸੈਲਫ ਡਿਫੈਂਸ ਨੂੰ ਲੈਂਦੇ ਹੋਏ ਅਚਾਨਕ ਕਿਸੇ ਬਾਰ ਜਿਹੜਾ ਪੁਲਿਸ ਅਫਸਰ ਦੇ ਉੱਤੇ ਹੋ ਗਿਆ ਔਰ ਉਹਨੂੰ ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ। D5 ਦੀ ਟੀਮ ਪਹੁੰਚੀ ਹੈ ਪਿੰਡ ਕਾਜ਼ਮਪੁਰ ਔਰ ਪੂਰਾ ਪਰਿਵਾਰ ਜਿਹੜਾ ਉਸ ਦੇ ਨਾਲ ਸਾਂਝਾ ਪਾਉਣ ਦੇ, ਉਸ ਪਰਿਵਾਰ ਦੇ ਨਾਲ ਦੁੱਖ ਗੱਲ ਕਰਨ ਦੇ ਲਈ ਉਹਨਾਂ ਦੇ ਘੜੀ ਦੇ ਵਿੱਚ ਜਿਹੜਾ ਸ਼ਾਮਲ ਹੈ। ਔਰ ਦੇਖ ਸਕਦੇ ਕਿੱਦਾਂ ਪਰਿਵਾਰ ਨੂੰ ਇੱਕ ਸਹਿਮਤੀ ਦੀ, ਕਿਉਂਕਿ ਉਹ ਪਿੰਡ ਦੇ ਬਾਰੇ, ਇਸ ਪਿੰਡ ਦਾ ਬੱਚਾ ਹੈ ਤੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਉਹਦੀ ਨੇਚਰ ਦਾ ਬਾਰੇ ਆਪਾਂ ਉਹ ਵੀ ਜਾਣਾਂਗੇ। ਪੂਰਾ ਮਾਮਲਾ ਕੀ ਹੈ, ਸਾਡੇ ਨਾਲ ਪਿੰਡ ਵਾਸੀ ਨੇ ਗੱਲ ਕਰਦੇ ਹਾਂ ਕਿ ਰਣਜੀਤ ਕੁਮਾਰ ਦੇ ਨਾਂ ਦੀ, ਰਣਜੀਤ ਸਿੰਘ ਨਾਂ ਦਾ ਲੜਕਾ ਜਿਹੜਾ ਸੀ। ਪਰ ਜਿਹੜਾ ਰਣਜੀਤ ਦੀ ਗੱਲ ਕਰੀਏ, ਰਣਜੀਤ ਜਿਹੜਾ ਕਿ ਕੁਝ ਦਿਨ ਪਹਿਲਾਂ ਕਿਸਾਨੀ ਅੰਦੋਲਨ ਲਈ ਦਿੱਲੀ ਗਿਆ ਸੀ ਤੇ ਕੱਲ੍ਹ ਜਿਹੜਾ ਉਹਦਾ ਕੁਝ ਉੱਥੇ ਲੜਾਈ ਹੋਈ ਹੈ। ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ? ਇਹ ਬਹੁਤ ਮੰਦਭਾਗੀ ਖਬਰ ਹੈ ਜੀ। ਇੰਨਾ ਵਧੀਆ ਮੁੰਡਾ, ਮਤਲਬ ਇੰਨਾ ਟੌਪ ਦਾ ਨੇਚਰ, ਨਾ ਕੋਈ ਖਾਣ ਪੀਣ ਦੀ ਆਦਤ, ਮਤਲਬ ਬਹੁਤ ਸ਼ਾਂਤਮਈ ਸੁਭਾਅ ਦਾ ਬੰਦਾ ਸੀ। ਲੇਕਿਨ ਹੁਣ ਸੈਲਫ ਡਿਫੈਂਸ ਵਾਸਤੇ ਥੋੜਾ ਬਹੁਤ ਤਾਂ ਆਪਣਾ ਬਚਾਅ ਹੀ ਕੀਤਾ ਨੇ। ਬਾਕੀ ਉਹਦੇ ਕੋਲ ਕੋਈ ਕਿਹੜਾ ਹਥਿਆਰ ਸੀ, ਖਾਲੀ ਹੱਥ ਸੀ। ਉਹ ਤਾਂ ਪੁਲਿਸ ਵੀ ਦਿਖਾਉਂਦੇ ਆ YouTube ਤੇ TV ਤੇ ਦੇਖੇ ਮੈਂ ਵੀ ਪੁਲਿਸ ਵੀ ਮਾਰਦੀ ਹੈ, ਨਾਲ ਉਹਦੇ ਜਿਹੜੇ ਰਲੇ ਹੋਏ ਆ ਸ਼ਰਾਰਤੀ ਅਨਸਰ ਉਹ ਵੀ ਮਾਰ ਰਹੇ ਦੇਖੇ। ਪਰ ਉਹਨਾਂ ਨੂੰ ਹੁਣ ਜਲਦ ਤੋਂ ਜਲਦ ਬੱਚਾ ਵਾਪਸ ਦਿਵਾਉਣਾ ਚਾਹੀਦਾ। ਘਰ ਪੂਰਾ ਸਦਮੇ ਵਿੱਚ ਹੈ, ਮਾਂ ਪਿਓ ਬਹੁਤ ਤਕਲੀਫ ਸਮਝਦੇ ਆਪਣੇ ਆਪ ਨੂੰ, ਇਸ ਕਰਕੇ ਉਹਨਾਂ ਨੂੰ ਦੇਣਾ ਚਾਹੀਦਾ ਬੇਟਾ, ਜਲਦੀ ਤੋਂ ਜਲਦੀ ਇਹਨਾਂ ਨੂੰ ਵਾਪਸ ਦੇਣਾ ਚਾਹੀਦਾ। ਤੇ ਪਰਿਵਾਰਕ ਮੈਂਬਰ ਦੀ ਗੱਲ ਕਰੀਏ ਤਾਂ ਕੌਣ ਕੌਣ ਹੈ ਉਹਦੇ ਪਰਿਵਾਰ ਦੇ ਵਿੱਚ? ਕੀ ਲੜਕੇ ਦੇ ਕੌਣ, ਮੰਮੀ ਡੈਡੀ ਦੇ ਨਾਲ ਕਿੰਨੇ ਭੈਣ ਭਰਾ ਨੇ ਤੇ ਕੀ ਕੁਆਲੀਫਿਕੇਸ਼ਨ, ਤੇ ਪਿੰਡ ਦੇ ਵਿੱਚ ਉਹਦਾ ਕਿੱਦਾਂ ਦਾ ਰਿਕਾਰਡ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਦੋ ਭਰਾ ਨੇ ਜੀ ਤੇ ਇੱਕ ਇਹਨਾਂ ਦੀ ਸਿਸਟਰ ਆ। ਮੰਮੀ ਡੈਡੀ ਹੈ ਜੀ। ਵੱਡਾ ਬ੍ਰਦਰ ਜਿਹੜਾ ਉਹ ਵਿਆਹਿਆ ਹੋਇਆ ਜੀ, ਇਹ ਹਜੇ ਅਨਮੈਰਿਡ ਸੀਗਾ। ਤੇ ਇਹ ਮੁੰਡਾ ਬਹੁਤ ਹੀ ਲਾਇਕ ਤੇ ਬਹੁਤ ਹੀ ਲਾਇਲ ਬੱਚਾ ਹੈ ਜੀ। ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਤੋਂ ਰੋਜ਼ ਗੁਰਬਾਣੀ ਦਾ ਪਾਠ ਕਰਦਾ, ਸਿੱਖੀ ਸਰੂਪ ਦੇ ਵਿੱਚ ਆ, ਅੰਮ੍ਰਿਤਧਾਰੀ ਬੱਚਾ ਆ ਔਰ ਸਿੱਖੀ ਬਾਣੇ ਦੇ ਵਿੱਚ ਸੀ। ਜਿਹੜਾ ਜਦੋਂ ਉਹ ਹੁੱਲੜਬਾਜ਼ ਆਪਾਂ ਸਾਰਿਆਂ ਨੇ ਕੱਲ੍ਹ ਨੈਸ਼ਨਲ ਚੈਨਲਾਂ ਉੱਤੇ, ਪੰਜਾਬ ਦੇ ਚੈਨਲਾਂ ਉੱਤੇ ਸਾਰਿਆਂ ਨੇ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਦਿੱਲੀ ਪੁਲਿਸ ਆ ਉਹ ਸਾਰੀ ਮੂਕ ਦਰਸ਼ਕ ਬਣ ਕੇ ਖੜੀ ਰਹੀ। ਉਹ ਹੁੱਲੜਬਾਜ਼ ਉਹ ਕਹਿੰਦੇ ਸੀ ਕਿ ਅਸੀਂ ਇੱਥੋਂ ਦੇ ਲੋਕਲ ਆਲੇ ਦੁਆਲੇ ਦੇ ਬਸ਼ਿੰਦੇ ਆ, ਪਰ ਉੱਥੋਂ ਦੇ ਲੋਕਲ ਲੋਕਾਂ ਦੀਆਂ ਵੀ ਵੀਡੀਓ ਆਈਆਂ ਨੇ ਕਿ ਅਸੀਂ ਅੱਜ ਤੱਕ ਇਹਨਾਂ ਲੋਕਾਂ ਨੂੰ ਇੱਥੇ ਲੋਕਲ ਨਹੀਂ ਦੇਖਿਆ, ਇਹ ਲੋਕਲ ਨਹੀਂ ਹੈਗੇ।
ਉਹ ਜਿਹੜੇ ਆ RSS ਦੇ ਗੁੰਡੇ ਸੀਗੇ, ਦਹਿਸ਼ਤਗਰਦ ਸੀ। ਹੱਥਾਂ ਦੇ ਵਿੱਚ ਤਿਰੰਗਾ ਝੰਡਾ ਫੜ ਕੇ ਉਹ ਹੁੱਲੜਬਾਜ਼ੀ ਕਰਦੇ ਹੋਏ ਜਦੋਂ ਉਹ ਸਿੰਘੂ ਬਾਰਡਰ ਤੇ ਜਿਹੜੀ ਸਟੇਜ ਲੱਗੀ ਆ ਉਹਦੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਰਾਤ ਨੂੰ ਸੌਣ ਦੇ ਲਈ ਜਿਹੜੇ ਟੈਂਟ ਲੱਗੇ ਹੋਏ ਸੀ ਉਹਨਾਂ ਦੇ, ਜਿਹਦੇ ਅੰਦਰ ਸਾਡੀਆਂ ਮਾਤਾਵਾਂ ਭੈਣਾਂ ਬੈਠੀਆਂ ਸੀ, ਜਦੋਂ ਉਹਨਾਂ ਦੇ ਆ ਕੇ ਪਹਿਲਾਂ ਟੈਂਟ ਦੇ ਮੂਹਰੇ ਰੱਖੀ ਵਾਸ਼ਿੰਗ ਮਸ਼ੀਨ ਨੂੰ ਤੋੜਿਆ। ਉਸ ਤੋਂ ਬਾਅਦ ਜਦੋਂ ਟੈਂਟ ਦੇ ਅੰਦਰ ਜਾ ਕੇ ਜਦੋਂ ਇੱਜ਼ਤ ਆਬਰੂ ਤੇ ਆ ਬਣੀ, ਉਦੋਂ ਇਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਇਹ ਮੁੰਡਾ ਅੰਮ੍ਰਿਤਧਾਰੀ ਸੀਗਾ, ਇਹਨੇ ਸ੍ਰੀ ਸਾਹਿਬ ਪਾਈ ਸੀ। ਉਦੋਂ ਇਹਨੇ ਉਹ ਆਪਣੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਨੂੰ ਬਚਾਉਣ ਦੇ ਲਈ ਆਪਣੀ ਸ੍ਰੀ ਸਾਹਿਬ ਕੱਢੀ ਤੇ ਉਹ ਜਿਹੜੇ ਹੁੱਲੜਬਾਜ਼ ਪੱਥਰਬਾਜ਼ੀ ਕਰਦੇ ਸੀ ਉਹਨਾਂ ਦੇ ਮਗਰ ਪਿਆ। ਤੇ ਇਹ ਮੁੰਡਾ ਜਦੋਂ ਉਹਨਾਂ ਦੇ ਹੱਥ 'ਚ ਆ ਗਿਆ, ਅੜਿੱਕੇ ਆ ਗਿਆ, ਪੁਲਿਸ ਵਾਲਿਆਂ ਨੇ ਢਾਹ ਕੇ ਇਹਨੂੰ ਅੰਨ੍ਹੇਵਾਹ ਕੁੱਟਿਆ, ਇਹਨੂੰ ਇੰਨਾ ਕੁੱਟਿਆ ਕਿ ਇਹਨੂੰ ਅੱਧ-ਮੋਇਆ ਕਰ ਦਿੱਤਾ। ਸੋ ਰਾਤ ਦਾ ਜਿੱਦਾਂ ਦੀ ਵੀਡੀਓ ਦੇਖੀ ਆ, ਉਦੋਂ ਤੋਂ ਬਾਅਦ ਸਾਡੇ ਇਲਾਕੇ ਦਾ ਕੋਈ ਵੀ ਸੱਜਣ ਸੌ ਨਹੀਂ ਪਾਇਆ ਸਾਰੀ ਰਾਤ। ਸੋ ਰੱਬ ਦਾ ਵਾਸਤਾ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਬੱਚੇ ਉੱਥੋਂ ਗੁੰਮ ਹੋਏ ਆ ਉਹਨਾਂ ਦੀ ਪੂਰੀ ਪੈਰਵਾਈ ਕੀਤੀ ਜਾਵੇ। ਉਹਨਾਂ ਨੂੰ ਹਰ ਹੀਲੇ ਉਹਨਾਂ ਮਾਵਾਂ ਦੇ ਪੁੱਤਾਂ ਨੂੰ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਆ। ਆਪਾਂ ਕਿਸਾਨੀ ਸੰਘਰਸ਼ ਕਿਸੇ ਵੀ ਤਰ੍ਹਾਂ ਫੇਲ ਨਹੀਂ ਹੋਣ ਦੇਣਾ। ਕਿਸੇ ਵੀ ਤਰ੍ਹਾਂ ਇਸ ਸੰਘਰਸ਼ ਨੂੰ ਆਪਾਂ ਇਹਨਾਂ ਜਿਹੜੀਆਂ ਹੁੱਲੜਬਾਜ਼ੀਆਂ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਸ BJP ਦੇ ਅਸੀਂ RSS ਦੇ ਗੁੰਡਿਆਂ ਤੋਂ ਡਰਨ ਵਾਲੇ ਨਹੀਂ ਆ। ਪਰ ਮੈਂ ਬੇਨਤੀ ਕਰਦਾ ਕਿ ਕਿਸਾਨ ਜਥੇਬੰਦੀਆਂ ਡਟ ਕੇ ਜਿਹੜਾ ਉੱਥੋਂ ਦੇ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਉਹਨਾਂ ਬੇਕਸੂਰ ਬੱਚਿਆਂ ਨੂੰ ਉੱਥੋਂ ਜ਼ਰੂਰ ਛੁਡਵਾਇਆ ਜਾਵੇ। ਸੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਪਰਿਵਾਰ ਦਾ ਰੋ ਕੱਲ੍ਹ ਦਾ ਬੁਰਾ ਹਾਲ ਆ, ਉਹਦੀ ਮਾਂ ਦਾ, ਉਹਦੇ ਫਾਦਰ ਦਾ ਬਹੁਤ ਬੁਰਾ ਹਾਲ ਆ। ਸੋ ਜਲਦ ਤੋਂ ਜਲਦ ਉਹਨੂੰ ਬੱਚੇ ਨੂੰ ਉੱਥੋਂ ਕਢਵਾਇਆ ਜਾਵੇ। ਸਾਡੇ ਨਾਲ ਕੁਝ ਹੋਰ ਵੀ ਪਿੰਡ ਵਾਸੀ ਨੇ ਜਿਹੜੇ ਕਿ ਕਹਿੰਦੇ ਕਿ ਅਸੀਂ ਜਦੋਂ ਆਏ ਆ ਤਾਂ ਉਹਨੂੰ ਮਿਲ ਕੇ ਆਏ ਆ, ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਭਾਜੀ ਤੁਸੀਂ ਉੱਥੋਂ ਦਿੱਲੀ ਸੰਘਰਸ਼ 'ਚੋਂ ਆਏ ਹੋ, ਤੁਸੀਂ ਮਿਲੇ ਹੋ, ਤੇ ਕੀ ਉਸ ਵੇਲੇ ਹਾਲਾਤ ਸੀ? ਤਾਂ ਜਦੋਂ ਆਖਰੀ ਵਾਲੀ ਗੱਲ ਹੋਈ ਤੁਹਾਡੀ ਕਿੱਦਾਂ ਦੀ? ਬਹੁਤ ਵਧੀਆ ਸੀਗੇ ਜੀ। ਤੇ ਖੰਨਾ ਉਹ ਜਿਹੜੇ ਕੀ ਆ ਖੰਨਾ TV ਵਾਲੇ ਬਾਟੇ ਮੈਨੂੰ ਮਿਲੇ ਆ, ਤੇ ਮੈਂ ਉਹਨਾਂ ਨੂੰ ਵੀ ਸਪੀਚ ਕੀਤਾ। ਉਹਨਾਂ ਨੇ ਵੀ ਮੈਨੂੰ ਪੁੱਛਿਆ ਕਿ ਉੱਥੇ ਕੀ ਚੱਲਦਾ, ਕਿ ਸੰਘਰਸ਼ ਬਿਖਰ ਗਿਆ ਇੱਦਾਂ। ਮੈਂ ਕਿਹਾ ਨਹੀਂ, ਇਹ ਝੂਠ ਆ, ਅਫਵਾਹਾਂ ਆ ਇੱਥੇ ਵੀ। ਅਸੀਂ ਤਾਂ ਮੁੰਡੇ ਦਾ ਇੱਕ ਦਾ ਵਿਆਹ ਸੀਗਾ ਵਿੱਚ 3 ਤਰੀਕ ਦਾ, ਸਾਨੂੰ ਤਾਂ ਆਉਣਾ ਪੈ ਗਿਆ। ਵੈਸੇ ਵੀ ਪਹਿਲਾਂ ਜਦੋਂ ਰਣਜੀਤ ਗਿਆ ਮੈਂ ਨਾਲ ਗਿਆ, ਤੇ ਉਦੋਂ ਅਸੀਂ ਫਤਿਹਗੜ੍ਹ ਸਾਹਿਬ ਲੰਗਰ ਸੀ, ਇੱਥੇ ਸੇਵਾ ਕਰਨ ਮਾਰੇ ਅਸੀਂ ਵਾਪਸ ਆਏ ਹਾਂ। ਲੰਗਰ ਕਰਕੇ ਇੱਥੇ ਸੇਵਾ ਕਰਕੇ ਫਿਰ ਵਾਪਸ ਦਿੱਲੀ ਚਲ ਗਏ ਹਾਂ ਕਿ ਮਤਲਬ ਉਹ ਸਾਡਾ ਜੋ ਸੰਘਰਸ਼ ਆ ਕਾਮਯਾਬ ਹੋਵੇ, ਕਿ ਉਹ ਬਾਟੇ ਨਾ ਰਹਿ ਜਾਵੇ। ਠੀਕ ਆ ਨਾ? ਕਿੰਨੇ ਦਿਨਾਂ ਤੋਂ ਗਿਆ ਹੈ ਤੇ ਤੁਸੀਂ ਵੀ ਨਾਲ ਗਏ ਹੋ, ਤੇ ਕਿੱਥੇ ਕਾਹਦੀ ਸੇਵਾ ਕਰਦਾ ਸੀ? ਉਹ ਲੰਗਰ ਦੀ ਸੇਵਾ ਕਰਦਾ ਸੀ ਜੀ। ਮੋਹਰੇ ਜਿੱਥੇ ਅਸੀਂ ਆਪਣੀ ਟਰਾਲੀ ਲਾਈ ਹੋ ਸੀ ਉੱਥੇ ਲੰਗਰ ਚੱਲਦਾ ਸੀ। ਹਾਂ, ਸੁਧਾਰ ਪਿੰਡ ਦਾ ਲੰਗਰ ਆ ਜੀ, ਉਹ ਲੁਧਿਆਣੇ ਦੇ ਵਿੱਚ ਪੈਂਦਾ। ਸੁਧਾਰ ਪਿੰਡ ਦਾ ਲੰਗਰ ਆ। ਇਹ ਦੋਏ ਜਣੇ ਉੱਥੇ ਸੇਵਾ ਕਰਦੇ ਸੀ। ਹੋਰ ਇੱਕ ਮੁੰਡਾ ਗੁਰਗਿਆਨੀ ਆ ਉੱਦਾਂ ਦੇ, ਤੇ ਗੁਰਗਿਆਨੀ ਉਹ ਹਾਂਜੀ ਸਾਡੇ ਪਿੰਡ ਦੇ ਹੀ ਆ। ਇਹ ਦੋਏ ਜਣੇ ਉੱਥੇ ਸੇਵਾ ਕਰਦੇ ਸੀ। ਉੱਦਾਂ ਵੀ ਪਿੰਡ ਦੀ ਇੱਕ ਟਰਾਲੀ ਗਈ ਹੋਈ ਆ, ਪਿੰਡ ਦੇ ਕੁਝ ਲੋਕ। ਹਾਂਜੀ ਹਾਂ, ਇੱਕ ਮੇਰੀ ਸੀਗੀ ਟਰਾਲੀ, ਮੈਂ ਲੈ ਕੇ ਜਿੱਦਾਂ ਆ ਗਿਆ ਰਾਤ ਨੂੰ। ਮੈਂ ਉਹਨਾਂ ਨੂੰ ਉਦਣ ਇਹਨਾਂ ਨੂੰ ਮਿਲ ਕੇ ਆਇਆ ਜੀ ਉੱਥੋਂ, ਤੇ ਬਕਾਇਦਾ। ਤੇ ਉਹ ਤੋਂ ਕੱਲ੍ਹ ਦੀ ਆਹ ਗੱਲ ਆ, ਪਰਸੋਂ ਰਾਤ ਮੈਂ ਆਇਆ ਆ, ਤੇ ਕੱਲ੍ਹ ਦੀ ਆਹ ਦੁਪਹਿਰ ਦਾ ਇਹਨਾਂ ਦਾ ਵਾਕਾ ਆ ਜਿਹੜਾ ਉੱਥੇ ਹੋਇਆ ਆ। ਤੇ ਉਹ ਤੋਂ ਪਹਿਲਾਂ ਕੋਈ ਗੱਲ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਉੱਥੇ ਕੋਈ ਦੂਜੀ ਹੈ ਨਾ। ਤੇ 26 ਤਰੀਕ ਮੈਂ ਉੱਥੇ ਸਾਰੀ ਦਿਹਾੜੀ ਰਿਹਾ। ਕੋਈ ਇੱਦਾਂ ਦਾ ਕੋਈ ਦੂਜਾ ਹੀ ਨਸ ਲੱਗਦਾ ਹੀ ਨਸ। ਦੁਨੀਆ ਜ਼ਰੂਰ ਬਹੁਤ ਜ਼ਿਆਦਾ ਹੋਈ ਹੋ ਸੀਗੀ, ਪਰ ਇੱਦਾਂ ਨਸ ਕੇ ਕੋਈ ਰੌਲਾ ਆ ਨਹੀਂ। ਦੁਨੀਆ ਦਾ ਤਾਂ ਅੰਤ ਨਸ ਹੈ ਜਿਸ 26 ਤਰੀਕ ਵਾਲੇ ਦਿਨ। ਫਿਰ 26 ਤਰੀਕ ਵਾਲੇ ਦਿਨ ਵੀ ਕੋਈ ਕੰਮ ਹੁੰਦੇ ਪਿੱਛੇ, ਫਿਰ ਅਗਲਾ ਤੁਰ ਪਿਆ। ਤੇ ਅਸੀਂ ਫਿਰ 27 ਨੂੰ ਜਿੱਦਾਂ ਰਾਤ ਨੂੰ ਚੱਲੇ, ਤੇ ਉਦੋਂ ਰਾਤ ਨੂੰ ਇਹਨਾਂ ਨੂੰ ਮਿਲ ਕੇ ਆਇਆ ਬਕਾਇਦਾ। ਕੋਈ ਚੱਕਰ ਨਾ, ਓਕੇ ਆ ਕਹਿੰਦੇ। ਤੇ ਪਿੰਡ ਵਾਸੀ ਹੋਰ ਵੀ ਉਹਨੇ ਨੇਚਰ ਬਾਰੇ ਜਾਣਦੇ। ਪਿੰਡ ਦੇ ਵਿੱਚ ਤੁਸੀਂ ਆ ਮਿਲੇ ਹੋਣੇ, 21 ਸਾਲ ਦਾ ਬੱਚਾ ਪਲ ਕੇ ਜਵਾਨ ਹੁੰਦਾ ਆ, ਤੇ ਕਿੱਦਾਂ ਦੇ ਤੁਸੀਂ ਉਹਨੂੰ ਦੇਖ ਰਹੇ ਹੋ ਬਚਪਨ ਤੋਂ ਲੈ ਕੇ ਹੁਣ ਤੱਕ ਉਹਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਰਣਜੀਤ ਸਿੰਘ ਆ ਜੀ ਸਾਡੇ ਬੇਟਾ, ਤੇ ਗੁਰੂ ਘਰ ਨਾਲ ਸਵੇਰ ਤੇ ਸ਼ਾਮ 2 ਟਾਈਮ ਪਾਠ ਕਰਨ ਜਾਂਦਾ ਜੀ। ਕਿਸੇ ਦੇ ਨਾਲ ਪਿੰਡ ਵਿੱਚ ਕਿਸੇ ਵੀ ਜੀ ਦੇ ਨਾਲ ਦੀ ਕੋਈ ਕਦੇ ਵੀ ਅੱਜ ਤੱਕ ਹੁੱਲੜਬਾਜੀ ਕਦੇ ਵੀ ਹੈ ਨਹੀਂ, ਨਾ ਕਿਸੇ ਮੱਧਭਾਗੇ ਕੰਮ ਵਿੱਚ ਉਹ ਕਦੇ ਗਿਆ। ਉਹ ਚੰਗੀਆਂ ਕੰਮਾਂ ਨੂੰ ਚੰਗੇ ਆਪਣੀ ਹੋਰ ਵੀ ਕੰਮਕਾਰਾਂ ਨੂੰ ਗਿਆ ਜੀ। ਆਪਣੇ ਬਾਕੀ ਕਿਸਾਨੀ ਨਾਲ ਸੰਬੰਧ ਇਹਦੇ ਦਾ, ਤੇ ਆਪਣਾ ਕਿੱਤਾ ਹੀ ਕਰਦਾ, ਆਪਣਾ ਕਿਸਾਨੀ ਦਾ ਕਿੱਤਾ ਹੀ ਕਰਦਾ, ਹੋਰ ਕੋਈ ਕਰਦਾ ਨਹੀਂ। ਔਰ ਫੌਜ ਦੇ ਵਿੱਚ ਭਰਤੀ ਹੋਣ ਲਈ ਵੀ ਕਈ ਦਫਾ ਟਰਾਈਆਂ ਮਾਰੀਆਂ ਇਸਨੇ, ਦੌੜਾਂ ਭੱਜਾਂ ਵੀ ਲਾਈਆਂ, ਪਰ ਉਹਦੇ ਵਿੱਚ ਅੱਜ ਤੱਕ ਕਾਮਯਾਬ ਨਹੀਂ ਹੋ ਸਕਿਆ ਜੀ। ਤੇ ਦੂਸਰੀ ਗੱਲ, ਸੰਘਰਸ਼ ਦੇ ਵਿੱਚ, ਕਿਸਾਨਿਕ ਸੰਘਰਸ਼ ਦੇ ਵਿੱਚ ਉਹ ਜ਼ਰੂਰ ਗਿਆ, ਤੇ ਇਸ ਲੜਾਈ ਝਗੜੇ ਵਿੱਚ ਉਹਦਾ ਕੋਈ ਰੋਲ ਨਹੀਂ ਹੈਗਾ,
ਨਾ ਕਿਸੇ ਨੂੰ ਉਹ ਚੰਗਾ ਮੰਦਾ ਕਹਿ ਸਕਦਾ। ਜਦੋਂ ਸਾਡੀਆਂ ਭੈਣਾਂ ਭਾਈਆਂ ਦੇ ਬੀਬੀਆਂ ਦੇ ਹਮਲੇ ਹੋਏ ਉਦੋਂ ਬਰਦਾਸ਼ਤ ਨਹੀਂ ਦਿਲ ਨੇ ਕੀਤਾ। ਜਦੋਂ ਬਰਦਾਸ਼ਤ ਨਹੀਂ ਕੀਤਾ ਤੇ ਇਸ ਨੇ ਅੱਗੇ ਹੋ ਕੇ ਆਪਣਾ ਬੀੜਾ ਚੁੱਕਿਆ। ਤੇ ਉਸ ਵੇਲੇ ਤਾਂ ਤੁਸੀਂ ਵੀ ਜਾਣਦੇ ਹੀ ਆ, ਜਦੋਂ ਕਿਸੇ ਤੇ ਕੰਮ ਇਦਾਂ ਦਾ ਹੋ ਜਾਵੇ ਤਾਂ ਨਹੀਂ ਬਰਦਾਸ਼ਤ ਬੰਦਾ ਕਰ ਸਕਦਾ। ਤਾਂ ਦੂਜਾ ਇਹ ਗੱਲ ਹੈ ਵੀ ਇਹ ਕਿਸੇ ਕੀਤਾ ਉਹਨੇ ਜੋ ਵੀ ਕੀਤਾ ਇਹ ਆਪਣੇ ਇੱਥੇ ਵੀ ਪਰਿਵਾਰ ਦੇ ਵਿੱਚ ਵੀ ਉਹਦਾ ਕਿਸੇ ਨਾਲ ਕੋਈ ਇਹੋ ਜਿਹਾ ਨਹੀਂ ਹੈਗੀ ਵੀ ਜਿਹੜਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ। ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਉੱਥੇ ਦੀ ਪੁਲਿਸ ਤੋਂ ਉੱਥੇ ਦੇ ਕਿਸਾਨ ਜਥੇਬੰਦੀਆਂ ਕੋਲ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹ ਬੱਚੇ ਦਾ ਅੱਗਾ ਗੌਰ ਕਰਕੇ ਜਲਦ ਤੋਂ ਜਲਦ ਉਹਦੇ ਮਾਂ-ਬਾਪ ਨੂੰ ਬਸ ਭੇਜਿਆ ਜਾਵੇ ਉਹਨਾਂ ਦੇ ਕੋਲ। ਤੋ ਇਹ ਸੀ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਪਿੰਡ ਉਹ ਮੁੰਡੇ ਦਾ ਕਿੱਦਾਂ ਦੀ ਨੇਚਰ ਸੀ। ਉਹ ਸੈਲਫ ਡਿਫੈਂਸ ਦੇ ਲਈ ਜਿਹੜਾ ਜੋ ਉੱਥੇ ਮਹਿਲਾਵਾਂ ਬੈਠੀਆਂ ਸੀ, ਧੀਆਂ ਬੈਠੀਆਂ ਸੀ, ਉਹਨਾਂ ਦੀ ਜਦੋਂ ਪਥਰਾਅ ਹੋ ਰਿਹਾ ਸੀ, ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਦੇ ਟੈਂਟ ਵੱਲੋਂ ਆ ਰਹੇ ਸੀ ਤਾਂ ਉਹਦੇ ਬਚਾਅ ਦੇ ਲਈ ਉਸਨੇ ਆਪਣਾ ਜਿਹੜਾ ਆ ਇਹ ਜੋ ਵੀ ਹਮਲਾ ਕੀਤਾ ਜਾਂ ਜਿਨ੍ਹਾਂ ਤੋਂ ਡਿਫੈਂਸ ਲਈ ਉਹ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਉਹ ਜਿੱਥੇ ਕੱਲ ਉੱਥੇ ਹਰਿਆਣਾ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਤਾਂ 307 ਦਾ ਪਰਚਾ ਕਰ ਲਿਆ ਕਿਉਂਕਿ ਇੱਕ SHO ਦੇ ਉੱਤੇ ਕਹਿੰਦੇ ਕਿ ਉਹਨੇ ਹਮਲਾ ਕੀਤਾ ਗਿਆ ਸੀ। ਪਰ ਜਦੋਂ ਡਿਫੈਂਸ ਕੀਤੀ ਜਾਂਦੀ ਹੈ ਫਿਰ ਉਹ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਹੈ ਕੌਣ ਨਹੀਂ, ਪਰ ਆਪਣਾ ਬਚਾਓ ਪੱਖ ਜ਼ਰੂਰ। ਅਤੇ ਗੱਲ ਕਰੀਏ ਮਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਮਾਂ ਜਿਹਦਾ ਪੁੱਤ ਸੰਘਰਸ਼ ਲਈ ਗਿਆ ਸੀ, ਇੱਕ ਕਿਸਮ ਦੀ ਜੰਗ ਲਈ ਗਿਆ ਸੀਗਾ ਅਤੇ ਜੰਗ ਦੇ ਵਿੱਚ ਵੀ ਮਾਂ ਨੇ ਆਪਣਾ ਪੁੱਤ ਜਿਹੜਾ ਤੋਰਿਆ ਸੀ। ਅਤੇ ਅੱਜ ਉਹ ਮਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਕਿੱਦਾਂ ਮਤਲਬ ਉਹਨਾਂ 'ਤੇ ਜਿਹੜਾ ਉਹਨਾਂ ਦਾ ਬੇਟਾ ਜਿਹੜਾ ਇੱਥੋਂ ਗਿਆ। ਕੀ ਨਾਂ ਸੀ ਤੁਹਾਡੇ ਬੇਟੇ ਦਾ? ਰਣਜੀਤ ਸਿੰਘ ਜੀ। ਤੇ ਜਦੋਂ ਗਿਆ ਤੁਹਾਨੂੰ ਮਿਲ ਕੇ ਗਿਆ, ਤੁਸੀਂ ਤੁਹਾਡੇ ਕੋਲ ਮਿਲ ਕੇ ਗਿਆ ਹੋਣਾ? ਹਾਂਜੀ ਦੱਸ ਕੇ ਗਿਆ। 21 ਤਰੀਕ ਨੂੰ ਹੁਣ ਗਿਆ, ਪਹਿਲਾਂ ਵੀ 22 ਦਿਨ ਪਹਿਲਾਂ ਰਹਿ ਕੇ ਆਇਆ ਸੀਗਾ, ਬੜਾ ਵਧੀਆ ਆਇਆ ਪਹਿਲਾਂ ਵੀ। ਹੁਣ ਵੀ ਫੋਨ ਪਰਸੋਂ ਮੇਰੀ ਗੱਲ ਹੋਈ ਸੀ ਉਹਦੇ ਨਾਲ, ਕਹਿੰਦਾ ਮੰਮੀ ਮੈਂ ਨਹਾਉਣ ਚੱਲਿਆ, ਮੈਂ ਪਾਠ ਕਰਨਾ ਆ, ਫਿਰ ਮੈਂ ਤੈਨੂੰ ਫੋਨ ਕਰੂੰਗਾ। ਹਾਂਜੀ 3 ਬੱਚੇ ਆ, 2 ਹਾਂਜੀ ਛੋਟਾ ਹਾਂਜੀ। ਤੇ ਉਹਦਾ ਹੋਰ ਕੀ ਨੇਚਰ ਸੀ? ਹੋਰ ਘਰ ਦੇ ਕੰਮਾਂ ਦੇ ਨਾਲ ਹੋਰ ਹਾਂਜੀ ਖੇਤੀਬਾੜੀ ਜੀ ਕਰਦਾ ਸੀਗਾ, ਸਾਰਾ ਵਧੀਆ ਕਰਦਾ ਬਾਣੀ ਨਾਲੇ। ਹਾਂਜੀ ਗੁਰਦੁਆਰੇ 2 ਟਾਈਮ ਜਾਂਦਾ ਸੀ, ਜੇ ਕਿਤੇ ਇੱਦਾਂ ਸਰਹਾਨ ਦਾ ਕਿਤੇ ਵੀ ਜਾਣਾ ਗੁਰਦੁਆਰਿਆਂ 'ਚ ਜਾਣਾ ਬਸ। ਹਾਂਜੀ ਤੇ ਹੁਣ ਕੀ ਮੰਗ ਕੀ ਆ ਤੁਹਾਡੀ? ਬਸ ਇਹੀ ਮੰਗ ਆ ਮੇਰੇ ਪੁੱਤ ਨੂੰ ਘਰ ਨੂੰ ਭੇਜ ਦੇਣ। ਹਾਂਜੀ ਤੁਸੀਂ ਕਿਹੜਾ ਚਾਹੁੰਦੇ ਹੋ ਮੁੰਡੇ ਬਾਰੇ? ਕਿੱਦਾਂ ਦੀ ਨੇਚਰ ਸੀ? ਬਹੁਤ ਸਾਡਾ ਸਾਰਾ ਪਿੰਡ ਕਹੂਗਾ ਬਹੁਤ ਵਧੀਆ ਸੀ। ਨਿਤਨੇਮੀ ਦਾ ਗੁਰਦੁਆਰੇ ਸਾਹਿਬ ਜਾਂਦਾ ਸੀਗਾ। ਹਾਂ ਕਦੇ ਉੱਚਾ ਨਾ ਕਿਸੇ ਨੂੰ ਬੋਲਿਆ, ਅਸੀਂ ਨਹੀਂ ਵਿਚਾਰਾ ਸੁਣਿਆ ਹੈਗਾ। ਹਾਂ ਪਿੰਡ 'ਚ ਤਾਂ ਕੋਈ ਵੀ ਬੱਚੇ ਨੂੰ ਪੁੱਛ ਲਓ ਬੇਸ਼ੱਕ। ਹਾਂਜੀ ਬਹੁਤ ਬੀਬਾ ਸੀ। ਹਾਂਜੀ ਰਣਜੀਤ ਸਿੰਘ ਵਰਗਾ ਜੀ ਕੋਈ ਬੇਟਾ ਮਾਂ ਕੋਈ ਇੱਦਾਂ ਦੀ ਮਾਂ ਹੋਊਗੀ ਜਿਹਨੇ ਇੱਦਾਂ ਦਾ ਬੇਟਾ ਜੰਮਿਆ। ਰਣਜੀਤ ਸਿੰਘ ਵਰਗਾ ਮੁੰਡਾ ਕੋਈ ਨਹੀਂ ਸਾਡੇ ਪਿੰਡ ਵਿੱਚ ਹੈਗਾ। ਵਧੀਆ ਮੁੰਡਾ, ਸਭ ਤੋਂ ਨਿਤਨੇਮੀ, ਕਿਸੇ ਨਾਲ ਕੋਈ ਉਹਦਾ ਬੈਰ ਵਿਰੋਧ ਨਹੀਂ, ਹਰੇਕ ਨਾਲ ਰਲ ਮਿਲ ਕੇ ਚੱਲਣ ਵਾਲਾ। ਪ੍ਰਸ਼ਾਸਨ ਕੋਲੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਉਹਦੇ ਮਾਂ ਪਿਓ ਨੂੰ ਬੱਚਾ ਮਿਲਣਾ ਚਾਹੀਦਾ ਰਣਜੀਤ ਸਿੰਘ। ਹਾਂਜੀ ਸੋ ਤੁਸੀਂ ਦੇਖਿਆ ਕਿ ਪਿੰਡ ਦੀਆਂ ਮਹਿਲਾਵਾਂ, ਖਾਸ ਤੌਰ 'ਤੇ ਮਾਂ ਦੀ ਗੱਲ ਕਰੀਏ, ਮਾਂ ਦੇ ਹੰਝੂ ਨਹੀਂ ਰੁਕ ਰਹੇ ਕਿਉਂਕਿ ਪੁੱਤ ਜਿਹੜੇ ਨੇ ਉਹ ਜਦੋਂ ਚੰਗੇ ਕੰਮਾਂ ਵਿੱਚ ਜਾਂਦੇ ਨੇ ਅਤੇ ਬੜਾ ਮਾਵਾਂ ਨੂੰ ਮਾਣ ਹੁੰਦਾ, ਮਾਵਾਂ ਨੂੰ ਬੜਾ ਫਖਰ ਹੁੰਦਾ ਕਿ ਉਹਦੇ ਪੁੱਤ ਨੇ ਕਿਸਾਨੀ ਜੰਗ ਦੇ ਵਿੱਚ ਗਿਆ ਔਰ ਆਪਣੇ ਬਚਾਓ ਦੇ ਲਈ ਖਾਸ ਤੌਰ 'ਤੇ ਉਹਨਾਂ ਮਹਿਲਾਵਾਂ ਨੇ ਜਿਹੜੀਆਂ ਉੱਥੇ ਸੰਘਰਸ਼ ਵਿੱਚ ਡਟੀਆਂ ਹੋਈਆਂ ਨੇ ਭੈਣਾਂ, ਉਹ ਸੰਘਰਸ਼ ਵਿੱਚ ਜਦੋਂ ਤੰਬੂ ਦੇ ਉੱਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਂ BJP ਦੇ ਗੁੰਡਿਆਂ ਵੱਲੋਂ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਬਚਾਉਣ ਦੇ ਲਈ ਉਸਨੇ ਡਿਫੈਂਸ ਕੀਤਾ ਔਰ ਡਿਫੈਂਸ ਦੇ ਵਿੱਚ ਜਿਹੜਾ ਕਿਸੇ ਦੇ ਸੱਟ ਲੱਗੀ ਔਰ ਪ੍ਰਸ਼ਾਸਨ ਨੇ ਆਪਣੀ ਧੱਕੇਸ਼ਾਹੀ ਦੇ ਨਾਲ ਆਪਣੇ ਕਹਿ ਸਕਦੇ ਪੂਰੀ ਗੁੰਡਾਗਰਦੀ ਦੇ ਨਾਲ ਉੱਤੇ 307 ਦਾ ਪਰਚਾ ਕਰਕੇ ਉਹਨੂੰ ਅੰਦਰ ਕੀਤਾ ਗਿਆ। ਔਰ ਇਹਨਾਂ ਦੀ ਕਿਸਾਨ ਜਥੇਬੰਦੀਆਂ ਨੇ ਇੱਕ ਮੰਗ ਹੈ ਜਿੰਨੇ ਵੀ ਮੁੰਡੇ ਨੌਜਵਾਨ ਜਿਹੜੇ ਖਾਸ ਤੌਰ 'ਤੇ ਕਿਉਂਕਿ ਇੱਕ ਸੰਘਰਸ਼ ਜਿਹੜਾ ਹੈ ਨੌਜਵਾਨਾਂ ਦੇ ਲਈ, ਕਿਉਂਕਿ ਜਿਹੜੇ 3 ਬਿੱਲ ਕਾਲੇ ਕਾਨੂੰਨ ਨੇ ਅਫਸਰ ਜਿਹੜੇ ਬੱਚਿਆਂ ਦੇ ਉੱਤੇ ਮਾਰ ਪੈਣੀ, ਉਹਨੂੰ ਬਚਾਉਣ ਦੇ ਲਈ ਜਿਹੜੇ ਸੰਘਰਸ਼ ਚੱਲ ਰਿਹਾ ਹੈ। ਉਹ ਸੰਘਰਸ਼ ਦੇ ਵਿੱਚ ਨੌਜਵਾਨ ਜਿਹੜਾ ਆ ਉੱਥੇ ਇਸ ਵੇਲੇ ਜੇਲ੍ਹ ਦੇ ਵਿੱਚ ਹੈ, ਉਹ ਫੜਿਆ ਗਿਆ ਹੈ ਔਰ ਕਾਨੂੰਨੀ ਕਾਰਵਾਈ ਕੀਤੀ ਗਈ। ਔਰ ਸਾਰੀਆਂ ਸੰਘਰਸ਼ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਹੈ ਇਹਨਾਂ ਮਾਵਾਂ ਵੱਲੋਂ, ਪਿੰਡ ਵਾਸੀਆਂ ਵੱਲੋਂ ਕਿ ਇਹਨਾਂ ਬੱਚਿਆਂ ਦੀ ਪੈਰਵਾਈ ਕੀਤੀ ਜਾਵੇ, ਹੋਰ ਵੀ ਜਿੰਨੇ ਬੱਚੇ ਉੱਥੇ ਗੁੰਮੇ ਨੇ ਉਹਨਾਂ ਦੀ ਪੈਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਵਾਪਸ ਜਿਹੜਾ ਕਰ ਲੈਂਦੇ ਆ। D5 ਚੈਨਲ ਦੇ ਨਵਾਂ ਸ਼ਹਿਰ ਤੋਂ ਨਰਿੰਦਰ ਰਤੂ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।